ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਕੈਨੇਡਾ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਆਰਸੀਐਮਪੀ 'ਚ ਪਹਿਲੇ ਦਸਤਾਰਧਾਰੀ ਸਿੱਖ ਅਫਸਰ ਬਲਤੇਜ ਸਿੰਘ ਢਿੱਲੋਂ ਨੂੰ ਵਰਕ ਸੇਫ BC ਦੇ ਬੋਰਡ ਆਫ ਡਾਇਰੈਕਟਰਸ ਦਾ ਚੇਅਰ ਨਿਯੁਕਤ। ਉੱਚ ਅਹੁਦਾ ਸੰਭਾਲਣ ਵਾਲੇ ਢਿੱਲੋਂ ਪਹਿਲੇ ਦੱਖਣੀ ਏਸ਼ੀਆਈ ਬਣੇ। ਕੈਨੇਡਾ ਰੈਵਨਿਊ ਏਜੰਸੀ ਵੱਲੋਂ ਗਰੋਸਰੀ ਰਿਬੇਟ ਜਾਰੀ ਕਰਨ ਦਾ ਐਲਾਨ। 5 ਜੁਲਾਈ ਤੋਂ ਭੁਗਤਾਨ ਹੋਵੇਗਾ ਸ਼ੁਰੂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿੱਤੀ ਇਸ ਸੰਬੰਧੀ ਜਾਣਕਾਰੀ। ਐਨਡੀਪੀ ਨੇ ਘੇਰੀ ਟਰੂਡੋ ਸਰਕਾਰ, ਕਿਹਾ CEO ਨੂੰ ਮੋਟੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ ਜਦਕਿ ਆਮ ਲੋਕਾਂ ਨੂੰ ਉਹਨਾਂ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ। ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਮਗਰੋਂ ਸਿੱਖ ਭਾਈਚਾਰੇ 'ਚ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਨੂੰ ਦੂਰ ਕਰਨ ਲਈ ਫੈਡਰਲ ਪਬਲਿਕ ਸੇਫਟੀ ਮੰਤਰੀ ਨਾਲ 4 ਜੁਲਾਈ ਨੂੰ ਵਰਚੁਅਲ ਮੀਟਿੰਗ ਦਾ ਪ੍ਰਬੰਧ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਜਾਣੀ ਕਿ RCMP 'ਚ ਪਹਿਲੇ ਦਸਤਾਰਧਾਰੀ ਸਿੱਖ ਅਫਸਰ ਬਲਤੇਜ ਸਿੰਘ ਢਿੱਲੋਂ ਨੂੰ ਵਰਕ ਸੇਫ BC ਦੇ ਬੋਰਡ ਆਫ ਡਾਇਰੈਕਟਰਸ ਦਾ ਚੇਅਰ ਨਿਯੁਕਤ ਕੀਤਾ ਗਿਆ ਹੈ, ਜਿਸ ਨਾਲ ਉਹ ਉੱਚ ਅਹੁਦਾ ਸੰਭਾਲਣ ਵਾਲੇ ਪਹਿਲੇ ਦੱਖਣੀ ਏਸ਼ੀਆਈ ਬਣ ਗਏ ਨੇ। ਢਿੱਲੋਂ ਜੋ ਕਿ 2017 ਤੋਂ ਬੋਰਡ ਦੇ ਮੈਂਬਰ ਨੇ, ਨੂੰ ਪਿਛਲੇ ਹਫ਼ਤੇ ਕਿਰਤ ਮੰਤਰੀ ਹੈਰੀ ਬੈਂਸ ਵੱਲੋਂ ਕੀਤੇ ਗਏ ਐਲਾਨ ਤੋਂ ਬਾਅਦ 30 ਜੂਨ ਤੋਂ 3 ਸਾਲਾਂ ਦੀ ਮਿਆਦ ਲਈ ਨਿਯੁਕਤ ਕੀਤਾ ਗਿਆ ਸੀ। ਵਰਕ ਸੇਫ BC ਸੂਬਾਈ ਏਜੰਸੀ ਹੈ ਜੋ ਪੂਰੇ ਬ੍ਰਿਟਿਸ਼ ਕੋਲੰਬੀਆ 'ਚ ਸੁਰੱਖਿਆ ਅਤੇ ਸਿਹਤਮੰਦ ਕਾਰਜ ਸਾਧਨਾਂ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ। ਕੈਨੇਡਾ ਰੈਵਨਿਊ ਏਜੰਸੀ ਵੱਲੋਂ ਗਰੋਸਰੀ ਰਿਬੇਟ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ। 5 ਜੁਲਾਈ ਤੋਂ ਯੋਗ ਕੈਨੇਡੀਅਨਜ਼ ਨੂੰ ਲੰਬੇ ਸਮੇਂ ਤੋਂ ਕੀਤੇ ਗਏ ਇਸ ਵਾਅਦੇ ਦਾ ਭੁਗਤਾਨ ਕੀਤਾ ਜਾਣਾ ਸ਼ੁਰੂ ਹੋਵੇਗਾ। ਫੂਡ ਇਨਫਲੇਸ਼ਨ ਕੇਂਦਰਿਤ ਕਿਫਾਇਤੀ ਮਾਪਦੰਡ ਲਗਭਗ 11 ਮਿਲੀਅਨ ਘੱਟ ਅਤੇ ਮਾਮੂਲੀ ਆਮਦਨ ਵਾਲੇ ਕੈਨੇਡੀਅਨ ਲਈ ਰੋਲ ਆਊਟ ਕਰਨ ਲਈ ਸੈੱਟ ਕੀਤਾ ਗਿਆ ਹੈ। ਕੈਨੇਡਾ ਰਿਵਿਊ ਏਜੰਸੀ 5 ਜੁਲਾਈ ਨੂੰ ਯੋਗ ਕੈਨੇਡੀਅਨਾਂ ਨੂੰ ਲੰਬੇ ਸਮੇਂ ਤੋਂ ਵਾਅਦਾ ਕੀਤੇ ਗਏ ਗਰੋਸਰੀ ਰਿਬੇਟ ਭੁਗਤਾਨਾਂ ਨੂੰ ਜਾਰੀ ਕਰੇਗੀ। ਸੰਸਦ ਦੁਆਰਾ 2023 ਦੇ ਫੈਡਰਲ ਬਜਟ ਦੇ ਹਿੱਸੇ ਵਜੋਂ ਪਹਿਲੀ ਵਾਰ ਪੇਸ਼ ਕੀਤੇ ਗਏ ਵਨ ਟਾਈਮ ਬੈਨੀਫਿਟ ਨੂੰ ਪਾਸ ਕਰਨ ਤੋਂ ਕੁਝ ਮਹੀਨਿਆਂ ਬਾਅਦ ਭੁਗਤਾਨ ਬੁੱਧਵਾਰ ਨੂੰ ਕੈਨੇਡੀਅਨਾਂ ਦੇ ਬੈਂਕ ਖਾਤਿਆਂ ਨੂੰ ਪ੍ਰਭਾਵਿਤ ਕਰਨਗੇ। ਭੋਜਨ ਮਹਿੰਗਾਈ ਕੇਂਦਰਿਤ ਕਿਫਾਇਤੀ ਮਾਪਦੰਡ ਲਗਭਗ 11 ਮਿਲੀਅਨ ਘੱਟ ਅਤੇ ਮਾਮੂਲੀ ਆਮਦਨ ਵਾਲੇ ਕੈਨੇਡੀਅਨਾਂ ਲਈ ਰੋਲ ਆਊਟ ਕਰਨ ਲਈ ਸੈੱਟ ਕੀਤਾ ਗਿਆ ਹੈ। ਜ਼ਰੂਰੀ ਤੌਰ ਤੇ ਇੱਕ ਰੀਬ੍ਰਾਂਡਡ GST ਰਿਬੇਟ ਬੂਸਟ ਭੁਗਤਾਨ ਨਿਯਮਤ ਤਿਮਾਹੀ GST HST ਭੁਗਤਾਨਾਂ ਦੇ ਨਾਲ ਕੈਨੇਡਾ ਦੇ GST HST ਟੈਕਸ ਕ੍ਰੈਡਿਟ ਸਿਸਟਮ ਰਾਹੀਂ ਜਾਰੀ ਕੀਤਾ ਜਾਵੇਗਾ। ਉਹ ਵਿਅਕਤੀ ਅਤੇ ਪਰਿਵਾਰ ਜੋ ਜਨਵਰੀ 2023 ਲਈ GST HST ਕ੍ਰੈਡਿਟ ਭੁਗਤਾਨ ਪ੍ਰਾਪਤ ਕਰਨ ਦੇ ਹੱਕਦਾਰ ਸਨ ਤੇ ਉਹਨਾਂ ਨੇ ਆਪਣੇ ਨਵੀਨਤਮ ਟੈਕਸ ਰਿਟਰਨ ਦਾਖਲ ਕੀਤੇ ਨੇ, ਉਹਨਾਂ ਨੂੰ ਇਹ ਛੋਟ ਪ੍ਰਾਪਤ ਕਰਨ ਦੀ ਉਮੀਦ ਕਰਨੀ ਚਾਹੀਦੀ ਹੈ। ਕਰਿਆਨੇ ਦੀ ਛੋਟ ਜਨਵਰੀ 'ਚ ਪ੍ਰਾਪਤ ਹੋਈ GST HST ਕ੍ਰੈਡਿਟ ਰਕਮ ਨੂੰ ਦੁੱਗਣੀ ਕਰਨ ਦੇ ਬਰਾਬਰ ਹੋਵੇਗੀ। ਹਰੇਕ ਪਰਿਵਾਰ ਦੀ ਸਥਿਤੀ ਅਤੇ ਵਿਵਸਥਿਤ ਪਰਿਵਾਰਕ ਕੁੱਲ ਆਮਦਨ ਦੇ ਆਧਾਰ ਤੇ ਗਣਨਾ ਕੀਤੀ ਜਾਂਦੀ ਹੈ। ਉਦਾਹਰਣ ਲਈ, ਜੇਕਰ ਤੁਸੀਂ ਕੁਆਰੇ ਹੋ ਤਾਂ ਤੁਹਾਨੂੰ ਜ਼ਿਆਦਾ ਭੁਗਤਾਨ ਪ੍ਰਾਪਤ ਹੋ ਸਕਦਾ ਹੈ। ਹਾਲਾਂਕਿ CRA ਨੇ ਫਲੈਗ ਕੀਤਾ ਹੈ ਕਿ ਇਹ ਸੰਭਵ ਹੈ ਕਿ ਕੁਝ ਵਿਅਕਤੀ ਕਰਿਆਨੇ ਦੀ ਛੋਟ ਦੇ ਹੱਕਦਾਰ ਹੋ ਸਕਦੇ ਨੇ, ਪਰ ਜੁਲਾਈ GST HST ਕ੍ਰੈਡਿਟ ਨਹੀਂ ਜਾਂ ਇਸ ਦੇ ਉਲਟ। ਟੈਕਸ ਏਜੰਸੀ ਨੇ ਕਿਹਾ ਕਿ ਗਰੋਸਰੀ ਰਿਬੇਟ ਦੀ ਗਣਨਾ ਤੁਹਾਡੀ 2021 ਦੀ ਟੈਕਸ ਰਿਟਰਨ ਦੇ ਆਧਾਰ ਤੇ ਕੀਤੀ ਜਾਂਦੀ ਹੈ, ਪਰ ਜੁਲਾਈ 2023 'ਚ ਅਗਲੀ ਤਿਮਾਹੀ GST HST ਕ੍ਰੈਡਿਟ ਭੁਗਤਾਨ ਦੀ ਗਣਨਾ ਤੁਹਾਡੀ 2022 ਦੀ ਟੈਕਸ ਰਿਟਰਨ ਦੇ ਆਧਾਰ ਤੇ ਕੀਤੀ ਜਾਂਦੀ ਹੈ। ਕੈਨੇਡੀਅਨਾਂ ਨੂੰ ਮਹਿੰਗਾਈ ਦੇ ਕਾਰਨ ਉੱਚ ਗਰੋਸਰੀ ਬਿੱਲਾਂ ਦੀ ਭਰਪਾਈ ਕਰਨ 'ਚ ਮਦਦ ਕਰਨ ਲਈ ਇੱਕ ਉਪਾਅ ਦੇ ਤੌਰ ਤੇ ਖੋਲ੍ਹਿਆ ਗਿਆ ਇਹ ਛੋਟ ਫੈਡਰਲ ਸਰਕਾਰ ਲਈ $2.5 ਬਿਲੀਅਨ ਦੇ ਪ੍ਰਾਈਸ ਟੈਗ ਨਾਲ ਆਉਂਦੀ ਹੈ। ਉਧਰ ਦੂਜੇ ਪਾਸੇ NDP ਨੇਤਾ ਜਗਮੀਤ ਸਿੰਘ ਨੇ ਟਰੂਡੋ ਸਰਕਾਰ ਦੀ ਇਸ ਗੱਲ ਦੀ ਆਲੋਚਨਾ ਕੀਤੀ ਹੈ ਕਿ CEO ਨੂੰ ਮੋਟੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ ਜਦਕਿ ਆਮ ਲੋਕਾਂ ਨੂੰ ਉਹਨਾਂ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ। NDP ਨੇਤਾ ਜਗਮੀਤ ਸਿੰਘ ਨੇ ਟਰੂਡੋ ਸਰਕਾਰ ਦੀ ਇਸ ਗੱਲ ਦੀ ਆਲੋਚਨਾ ਕੀਤੀ ਹੈ ਕਿ CEO ਨੂੰ ਮੋਟੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ ਜਦਕਿ ਆਮ ਲੋਕਾਂ ਨੂੰ ਉਹਨਾਂ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ। NDP ਨੇ ਇੱਕ ਲਿੰਕ ਸਾਂਝਾ ਕਰਦਿਆਂ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ ਹੈ, ਜਿਸ ਵਿੱਚ ਜਗਮੀਤ ਸਿੰਘ ਦੀ ਬਹੁਤ ਜ਼ਿਆਦਾ CEO ਤਨਖਾਹ ਨੂੰ ਖਤਮ ਕਰਨ ਅਤੇ ਕੰਮ ਕਰਨ ਵਾਲੇ ਲੋਕਾਂ ਲਈ ਜੀਵਨ ਨੂੰ ਹੋਰ ਕਿਫਾਇਤੀ ਤੇ ਵਧੀਆ ਬਣਾਉਣ ਦੀ ਯੋਜਨਾ ਹੈ। ਇਸ ਲਿੰਕ ਦੇ ਵਿੱਚ ਜਗਮੀਤ ਸਿੰਘ ਮੁਤਾਬਕ ਚੋਟੀ ਦੇ CEO ਹਰ ਸਮੇਂ ਉੱਚੀ ਆਮਦਨ ਕਮਾ ਰਹੇ ਨੇ। ਜਸਟਿਨ ਟਰੂਡੋ ਅਤੇ ਪੀਅਰੇ ਪੋਇਲੀਵਰ ਨੇ
ਉਹਨਾਂ ਨੂੰ ਉਹ ਭੁਗਤਾਨ ਕਰਨ ਤੋਂ ਇਨਕਾਰ ਕਰ ਦਿੱਤਾ ਜੋ ਉਹਨਾਂ ਦਾ ਬਕਾਇਆ ਹੈ। ਕੈਨੇਡੀਅਨ ਮਹਿਸੂਸ ਕਰਦੇ ਨੇ ਕਿ ਉਹ ਕਿੰਨੀ ਵੀ ਮਿਹਨਤ ਕਰਨ ਦੇ ਬਾਵਜੂਦ ਅੱਗੇ ਨਹੀਂ ਵੱਧ ਸਕਦੇ। ਕਿਹੜੀ ਚੀਜ਼ ਇਸ ਨੂੰ ਵਧੇਰੇ ਨਿਰਾਸ਼ਾਜਨਕ ਬਣਾਉਂਦੀ ਹੈ? ਉਹ ਇਹ ਹੈ ਕਿ ਲੋਬਲਾ ਦੇ ਗੈਲੇਨ ਵੈਸਟਨ ਵਰਗੇ ਚੋਟੀ ਦੇ CEO ਕਰਮਚਾਰੀ ਦੀ ਔਸਤ ਤਨਖਾਹ ਤੋਂ 400 ਗੁਣਾ ਵੱਧ ਕਮਾਉਂਦੇ ਨੇ। ਜਸਟਿਨ ਟਰੂਡੋ ਅਤੇ ਪੀਅਰੇ ਪੋਏਲੀਵਰ ਨੇ ਇਸ ਬੇਇਨਸਾਫੀ ਨਾਲ ਨਜਿੱਠਣ ਤੋਂ ਇਨਕਾਰ ਕਰ ਦਿੱਤਾ। ਉਹ ਅਮੀਰਾਂ ਅਤੇ ਤਾਕਤਵਰਾਂ ਦੇ ਹੱਕ 'ਚ ਹੋਰ ਵੀ ਭੁਗਤਣਾ ਚਾਹੁੰਦੇ ਨੇ। ਇਸ ਲਿੰਕ ਦੇ ਮੁਤਾਬਕ ਇਹ ਵੀ ਕਿਹਾ ਗਿਆ ਕਿ ਸਾਡਾ ਮੰਨਣਾ ਹੈ ਕਿ ਓਟਾਵਾ ਨੂੰ ਤੁਹਾਡੇ ਲਈ ਕੰਮ ਕਰਨਾ ਚਾਹੀਦਾ ਹੈ, ਨਾ ਕਿ ਅਤ ਅਮੀਰਾਂ ਲਈ। ਜਗਮੀਤ ਸਿੰਘ ਦੀ ਯੋਜਨਾ ਕਾਰਪੋਰੇਟ ਲਾਲਚ ਦਾ ਮੁਕਾਬਲਾ ਕਰੇਗੀ ਅਤੇ ਵੱਡੀਆਂ ਕੰਪਨੀਆਂ ਜੋ ਆਪਣੇ ਉੱਚ ਅਧਿਕਾਰੀਆਂ ਨੂੰ ਆਪਣੇ ਔਸਤ ਕਰਮਚਾਰੀਆਂ ਨਾਲੋਂ ਘੱਟ ਤੋਂ ਘੱਟ 50 ਗੁਣਾ ਜ਼ਿਆਦਾ ਤਨਖਾਹਾਂ ਦਿੰਦੀਆਂ ਨੇ, ਟੈਕਸ ਲਗਾ ਕੇ CEO ਦੀ ਤਨਖਾਹ ਨੂੰ ਖਤਮ ਕਰੇਗੀ। NDP ਉਸ ਪੈਸੇ ਦੀ ਵਰਤੋਂ ਕੰਮਕਾਜੀ ਲੋਕਾਂ ਦੀ ਜ਼ਿੰਦਗੀ ਨੂੰ ਹੋਰ ਕਿਫਾਇਤੀ ਬਣਾਉਣ ਲਈ ਕਰੇਗੀ। ਕੈਨੇਡੀਅਨਾਂ ਦੇ ਹੱਕ 'ਚ ਟੈਕਸ ਟੇਕ ਕਰਨ ਲਈ ਹੋਰ ਕੁਝ ਕਰਨ ਦੀ ਲੋੜ ਹੈ ਜੋ ਇਸ ਦੇ ਹੱਕਦਾਰ ਨੇ। CEO ਤਨਖਾਹ ਨੂੰ ਖਤਮ ਕਰਨ 'ਚ ਮਦਦ ਕਰਨ ਲਈ ਸਾਈਨ ਇਨ ਕਰੋ। ਕੈਨੇਡਾ 'ਚ ਬੀਤੇ ਮਹੀਨੇ ਹੋਏ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਮਗਰੋਂ ਸਿੱਖ ਭਾਈਚਾਰੇ ਦੇ ਮੈਂਬਰ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ 'ਚ ਨੇ। ਹਾਲ ਹੀ 'ਚ ਸਰੀ ਗੁਰਦੁਆਰਾ ਕਮੇਟੀ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਸੁਖ ਧਾਲੀਵਾਲ MP ਸਰੀ ਨਿਊਟਨ ਨੇ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ 'ਚ ਵਿਦੇਸ਼ੀ ਸ਼ਮੂਲੀਅਤ ਬਾਰੇ ਚਿੰਤਾਵਾਂ ਨੂੰ ਦੂਰ ਕਰਨ ਲਈ ਫੈਡਰਲ ਪਬਲਿਕ ਸੇਫਟੀ ਮੰਤਰੀ ਮਾਰਕੋ ਮੈਡਸੀਨੋ ਨਾਲ 4 ਜੁਲਾਈ ਨੂੰ ਇੱਕ ਵਰਚੁਅਲ ਮੀਟਿੰਗ ਦਾ ਪ੍ਰਬੰਧ ਕੀਤਾ ਹੈ। ਕੈਨੇਡਾ 'ਚ ਬੀਤੇ ਮਹੀਨੇ ਹਰਦੀਪ ਸਿੰਘ ਨਿੱਜਰ ਦਾ ਕੁਝ ਅਣਪਛਾਤੇ ਹਮਲਾਵਰਾਂ ਦੁਆਰਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਮਗਰੋਂ ਸਿੱਖ ਭਾਈਚਾਰੇ ਦੇ ਮੈਂਬਰ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ 'ਚ ਨੇ। ਹਾਲ ਹੀ 'ਚ ਸਰੀ ਗੁਰਦੁਆਰਾ ਕਮੇਟੀ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਸੁਖ ਧਾਲੀਵਾਲ MP ਸਰੀ ਨਿਊਟਨ ਨੇ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ 'ਚ ਵਿਦੇਸ਼ੀ ਸ਼ਮੂਲੀਅਤ ਬਾਰੇ ਚਿੰਤਾਵਾਂ ਨੂੰ ਦੂਰ ਕਰਨ ਲਈ ਫੈਡਰਲ ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੀਸੀਨੋ ਨਾਲ 4 ਜੁਲਾਈ ਨੂੰ ਇੱਕ ਵਰਚੁਅਲ ਮੀਟਿੰਗ ਦਾ ਪ੍ਰਬੰਧ ਕੀਤਾ ਹੈ। ਗੁਰਦੁਆਰਾ ਕਮੇਟੀ ਨੇ ਸ਼ਹਿਰ ਦੇ ਇੱਕ ਧਾਰਮਿਕ ਸਥਾਨ ਤੇ ਵਾਪਰੀ ਘਟਨਾ ਦੇ ਬਾਵਜੂਦ ਸਿਟੀ ਆਫ ਸਰੀ ਵੱਲੋਂ ਸਹਿਯੋਗ ਜਾਂ ਹੁੰਗਾਰਾ ਨਾ ਮਿਲਣ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਤੋਂ ਇਲਾਵਾ ਸਿੱਖ ਸੰਗਠਨਾਂ ਨੇ ਇੱਕ ਬੈਠਕ 'ਚ ਸੁਖ ਧਾਲੀਵਾਲ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਧੰਨਵਾਦ ਵੀ ਕੀਤਾ। ਇੱਕ ਬੁਲਾਰੇ ਨੇ ਕਿਹਾ ਕਿ ਕੈਨੇਡਾ ਭਰ 'ਚ ਵਸਦੇ ਸਿੱਖ ਭਾਈਚਾਰੇ ਦੇ ਮੈਂਬਰ ਇਕੱਠੇ ਹੋ ਕੇ ਪਬਲਿਕ ਸਿਹਤ ਮੰਤਰੀ ਨਾਲ ਮੁਲਾਕਾਤ ਕਰਨਗੇ ਅਤੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਯਤਨਾਂ ਸੰਬੰਧੀ ਜਾਣਕਾਰੀ ਲੈਣਗੇ। BC ਬੰਦਰਗਾਹ ਤੇ ਹੜਤਾਲੀ ਕਾਮੇ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ, ਜਦਕਿ ਇਹਨਾਂ ਕਾਮਿਆਂ ਨਾਲ ਗੱਲਬਾਤ ਕਰਨ ਦੀਆਂ ਕੋਸ਼ਿਸ਼ਾਂ ਵੀ ਲਗਾਤਾਰ ਜਾਰੀ ਨੇ। BC ਬੰਦਰਗਾਹ ਦੇ ਹਜ਼ਾਰਾਂ ਹੜਤਾਲੀ ਕਾਮਿਆਂ ਦੀ ਅਗਵਾਈ ਕਰ ਰਹੀ ਯੂਨੀਅਨ ਨੇ ਫੈਡਰਲ ਸਰਕਾਰ ਨੂੰ ਕਾਰੋਬਾਰੀ ਸਮੂਹਾਂ ਦੁਆਰਾ ਬੈਕ ਟੂ ਵਰਕ ਕਾਨੂੰਨ ਦੀ ਮੰਗ ਕਰਨ ਤੋਂ ਬਾਅਦ ਦਖਲ ਨਾ ਦੇਣ ਲਈ ਕਿਹਾ ਹੈ। ਇੰਟਰਨੈਸ਼ਨਲ ਲੌਂਗਸ਼ੋਰ ਅਤੇ ਵੇਅਰ ਹਾਊਸ ਯੂਨੀਅਨ ਕੈਨੇਡਾ ਦੇ ਪ੍ਰਧਾਨ ਰੌਬ ਐਸ਼ਟਨ ਨੇ ਸ਼ਨੀਵਾਰ ਸਵੇਰੇ 7400 ਮੈਂਬਰਾਂ ਦੇ ਨੌਕਰੀ ਛੱਡਣ ਤੋਂ ਬਾਅਦ ਐਤਵਾਰ ਦੁਪਹਿਰ ਨੂੰ ਇੱਕ ਨਿਊਜ਼ ਕਾਨਫਰੰਸ ਕੀਤੀ। ਐਸ਼ਟਨ ਨੇ ਐਤਵਾਰ ਨੂੰ ਕਿਹਾ, ਪਿਛਲੇ 30 ਸਾਲਾਂ ਤੋਂ ਸਾਡੇ ਕੋਲ ਇਸ ਸੂਬੇ 'ਚ ਸ਼ਾਂਤੀ ਹੈ। ਸਾਡੀ ਯੂਨੀਅਨ ਨੂੰ ਹੜਤਾਲ ਤੇ ਹੋਏ ਲਗਭਗ 30 ਸਾਲ ਹੋ ਗਏ ਨੇ। ਜੇਕਰ BC ਮੈਰੀਟਾਈਮ ਇੰਪਲੋਇਜ਼ ਐਸੋਸੀਏਸ਼ਨ ਆਪਣਾ ਰਾਹ ਬਣਾਉਂਦੇ ਨੇ ਤੇ ਉਹਨਾਂ ਦਾ ਤਰੀਕਾ ਇਹ ਹੈ ਕਿ ਸਰਕਾਰ ਨੂੰ ਉਹਨਾਂ ਲਈ ਇਹ ਸਮੂਹਿਕ ਸਮਝੌਤਾ ਕਰਨ ਦਿੱਤਾ ਜਾਵੇ ਤਾਂ ਵਾਟਰ ਫਰੰਟ ਤੇ ਕਦੇ ਵੀ ਮਜ਼ਦੂਰ ਸ਼ਾਂਤੀ ਨਹੀਂ ਹੋਵੇਗੀ। ਐਸ਼ਟਨ ਨੇ ਕਿਹਾ ਕਿ ਸੰਘ ਨਾਲ ਫੈਡਰਲ ਵਿਚੋਲਗੀ ਦੀ ਗੱਲਬਾਤ ਜਾਰੀ ਹੈ ਅਤੇ ਲੰਬੇ ਸਮੇਂ ਤੋਂ ਕੰਮ ਕਰਨ ਵਾਲੇ ਕਾਮਿਆਂ ਨੂੰ ਨੌਕਰੀ ਤੇ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨ ਲਈ ਦਿਨ ਰਾਤ ਇੱਕ ਕੀਤਾ ਜਾਵੇਗਾ। ਕੈਨੇਡਾ ਭਰ ਦੇ ਵਪਾਰਕ ਸਮੂਹਾਂ ਨੇ ਹੜਤਾਲ ਦੇ ਸੰਭਾਵੀ ਆਰਥਿਕ ਪ੍ਰਭਾਵ ਬਾਰੇ ਚਿੰਤਾ ਜਤਾਈ ਹੈ, ਜੋ ਕਿ ਸੂਬੇ ਭਰ ਦੀਆਂ 30 ਤੋਂ ਵੱਧ ਬੰਦਰਗਾਹਾਂ ਤੇ ਹਜ਼ਾਰਾਂ ਕਾਰਗੋ ਲੋਡਰਾਂ ਅਤੇ ਸੂਬੇ ਦੇ ਵਾਟਰ ਫਰੰਟ ਮਾਲਕਾਂ 'ਚੋਂ 49 ਨੂੰ ਪ੍ਰਭਾਵਿਤ ਕਰਦੀ ਹੈ। ਬੈਕ ਟੂ ਵਰਕ ਕਾਨੂੰਨ ਦੀ ਮੰਗ ਦੇ ਜਵਾਬ 'ਚ ਲੇਬਰ ਮਿਨਿਸਟਰ ਸੀਮਸ ਓਰੀਗਨ ਦੇ ਇੱਕ ਬੁਲਾਰੇ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਫੈਡਰਲ ਸਰਕਾਰ ਬਾਰਗੇਨਿੰਗ ਟੇਬਲ ਤੋਂ ਅੱਗੇ ਨਹੀਂ ਦੇਖ ਰਹੀ ਕਿਉਂਕਿ ਉੱਥੇ ਸਭ ਤੋਂ ਵਧੀਆ ਸਮਝੌਤੇ ਕੀਤੇ ਜਾਂਦੇ ਨੇ। 2 ਜੁਲਾਈ ਨੂੰ ਵੈਨਕੂਵਰ ਤੋਂ ਦਿੱਲੀ ਜਾਣ ਵਾਲੀ 에ਅਰ ਇੰਡੀਆ ਦੀ ਉਡਾਣ ਰੱਦ ਹੋਣ ਕਾਰਨ ਲਗਭਗ 20 ਤੋਂ 25 ਵਿਦਿਆਰਥੀ ਕੈਨੇਡਾ ਹਵਾਈ ਅੱਡੇ ਤੇ ਫਸੇ ਹੋਏ ਨੇ।
ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਇਹ ਫਲਾਈਟ 2 ਵਾਰ ਮੁੜ ਨਿਰਧਾਰਤ ਕੀਤੀ ਗਈ ਤੇ ਅੰਤ ਵਿੱਚ ਰੱਦ ਕਰ ਦਿੱਤੀ ਗਈ। 2 ਜੁਲਾਈ ਨੂੰ ਵੈਨਕੂਵਰ ਤੋਂ ਦਿੱਲੀ ਜਾਣ ਵਾਲੀ 에ਅਰ ਇੰਡੀਆ ਦੀ ਉਡਾਣ AI 186 ਦੇ ਰੱਦ ਹੋਣ ਕਾਰਨ ਲਗਭਗ 20 ਤੋਂ 25 ਵਿਦਿਆਰਥੀ ਕੈਨੇਡਾ ਹਵਾਈ ਅੱਡੇ ਤੇ ਫਸੇ ਹੋਏ ਨੇ। ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਪਣੀ ਔਖ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਇਹ ਫਲਾਈਟ ਪਹਿਲਾਂ 2 ਜੁਲਾਈ ਨੂੰ ਸਵੇਰੇ 10:15 ਤੇ ਵੈਨਕੂਵਰ ਹਵਾਈ ਅੱਡੇ ਤੋਂ ਰਵਾਨਾ ਹੋਣੀ ਸੀ, ਪਰ ਇਹ 2 ਵਾਰ ਮੁੜ ਨਿਰਧਾਰਤ ਕੀਤੀ ਗਈ ਤੇ ਅੰਤ ਵਿੱਚ ਰੱਦ ਕਰ ਦਿੱਤੀ ਗਈ। ਇੱਕ ਵਿਦਿਆਰਥੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ 1 ਜੁਲਾਈ ਨੂੰ ਰਾਤ 9 ਵਜੇ ਦੇ ਕਰੀਬ ਉਹਨਾਂ ਨੂੰ 에ਅਰ ਇੰਡੀਆ ਤੋਂ ਇੱਕ ਈਮੇਲ ਪ੍ਰਾਪਤ ਹੋਈ, ਜਿਸ ਵਿੱਚ ਉਹਨਾਂ ਨੂੰ 5 ਘੰਟੇ ਦੀ ਦੇਰੀ ਬਾਰੇ ਸੂਚਿਤ ਕੀਤਾ ਗਿਆ ਸੀ ਅਤੇ ਨਵੀਂ ਰਵਾਨਗੀ ਦਾ ਸਮਾਂ 2:45 ਨਿਰਧਾਰਤ ਕੀਤਾ ਗਿਆ। ਹਾਲਾਂਕਿ ਜਦੋਂ ਉਹ ਹਵਾਈ ਅੱਡੇ ਤੇ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਫਲਾਈਟ 1 ਘੰਟਾ ਹੋਰ ਲੇਟ ਹੋ ਗਈ ਹੈ। ਫਿਰ ਉਹ ਦੁਪਹਿਰ 3:45 ਦੇ ਨਵੇਂ ਰਵਾਨਗੀ ਸਮੇਂ ਤੇ ਬੰਦ ਬੋਰਡਿੰਗ ਗੇਟ ਤੇ ਉਡੀਕ ਕਰ ਰਹੇ ਸਨ, ਪਰ ਇੱਕ ਸਾਥੀ ਯਾਤਰੀ ਨੇ ਉਹਨਾਂ ਨੂੰ ਦੁਪਹਿਰ 3:40 ਦੇ ਕਰੀਬ ਦੱਸਿਆ ਕਿ ਫਲਾਈਟ ਰੱਦ ਕਰ ਦਿੱਤੀ ਗਈ ਹੈ ਤੇ ਕੋਈ ਅਧਿਕਾਰਤ ਘੋਸ਼ਣਾ ਨਹੀਂ ਕੀਤੀ ਗਈ। ਵਿਦਿਆਰਥੀ ਹੋਰ ਯਾਤਰੀਆਂ ਦੇ ਨਾਲ ਬਾਅਦ ਵਿੱਚ 에ਅਰ ਇੰਡੀਆ ਦੇ ਗਰਾਊਂਡ ਸਟਾਫ ਕੋਲ ਪਹੁੰਚੇ। ਇੱਕ ਹੋਰ ਵਿਦਿਆਰਥੀ ਨੇ ਕਿਹਾ ਕਿ ਗਰਾਊਂਡ ਸਟਾਫ ਨੇ ਉਹਨਾਂ ਨੂੰ ਇਹ ਵੀ ਭਰੋਸਾ ਦਿੱਤਾ ਕਿ 에ਅਰ ਇੰਡੀਆ ਵਿਦਿਆਰਥੀਆਂ ਦੀ ਟਿਕਟ ਦੇ ਖਰਚੇ ਅਤੇ ਹੋਰ ਖਰਚੇ ਵਾਪਸ ਕਰ ਦੇਵੇਗਾ। ਹਾਲਾਂਕਿ ਜਦੋਂ ਉਹਨਾਂ ਨੇ ਲਿਖਤੀ ਪੁਸ਼ਟੀ ਲਈ ਬੇਨਤੀ ਕੀਤੀ ਤਾਂ ਸਟਾਫ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਸਿਰਫ ਜ਼ੁਬਾਨੀ ਭਰੋਸਾ ਦੇ ਸਕਦੇ ਨੇ, ਉਹ ਨਹੀਂ ਜਾਣਦੇ ਕਿ ਉਹਨਾਂ ਦੀ ਟਿਕਟ ਦੀ ਰਕਮ ਵਾਪਸ ਕੀਤੀ ਜਾਵੇਗੀ ਜਾਂ ਨਹੀਂ। ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਆਪਣੀਆਂ ਟਿਕਟਾਂ ਲਈ ਰਿਫੰਡ ਦੀ ਬੇਨਤੀ ਕਰਨ ਲਈ ਈਮੇਲ ਭੇਜੀ ਸੀ, ਪਰ 에ਅਰ ਇੰਡੀਆ ਨੇ ਕੋਈ ਜਵਾਬ ਨਹੀਂ ਦਿੱਤਾ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਦਾ ਕੈਨੇਡਾ ਦੀ ਧਰਤੀ ਤੇ ਪਹੁੰਚਣ ਮੌਕੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਸਭ ਤੋਂ ਬਾਅਦ ਬੁੱਢਾ ਦਲ ਦੇ ਕੋਲ ਪਏ ਪੁਰਾਤਨ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਵੀ ਸਿੱਖ ਸੰਗਤ ਨੂੰ ਕਰਵਾਏ ਗਏ। ਇਮੀਗ੍ਰੇਸ਼ਨ ਮਿਨਿਸਟਰ ਸੀਨ ਫਰੇਜ਼ਰ ਨੇ ਟਵੀਟ ਕਰਕੇ ਕੈਨੇਡਾ ਡੇ ਦੇ ਜਸ਼ਨਾਂ ਦੀਆਂ ਕੁਝ ਯਾਦਾਂ ਸਾਂਝੀਆਂ ਕੀਤੀਆਂ ਨੇ, ਜਿਸ ਵਿੱਚ ਉਹਨਾਂ ਨੇ ਲਿਖਿਆ, ਮੇਰੀ ਧੀ ਮੌਲੀ ਤੇ ਮੈਂ ਨਵੇਂ ਕੈਨੇਡੀਅਨਾਂ ਨੂੰ ਉਹਨਾਂ ਦੇ ਨਾਗਰਿਕਤਾ ਸਮਾਰੋਹ ਅਤੇ ਪਹਿਲੇ ਕੈਨੇਡਾ ਡੇ ਦਾ ਜਸ਼ਨ ਮਨਾਉਣ ਲਈ ਮੈਦਾਨ 'ਚ ਸਵਾਗਤ ਕਰਨ ਮੌਕੇ ਬਲੂ ਜੈਸ ਗੇਮ 'ਚ ਇੱਕ ਭੁੱਲਣ ਵਾਲਾ ਪਲ। ਇਸ ਖਾਸ ਪਲ ਨੂੰ ਬਣਾਉਣ ਲਈ ਟੀਮ ਦਾ ਧੰਨਵਾਦ। ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਨਿੱਕੀ ਹੇਲੀ ਚੀਨ ਦੀ ਜਲ ਸੈਨਾ ਦੀ ਸਮਰੱਥਾ ਤੇ ਫੌਜੀ ਤਕਨਾਲੋਜੀ ਦੇ ਵਿਕਾਸ ਨੂੰ ਅਮਰੀਕਾ ਲਈ ਗੰਭੀਰ ਖਤਰਾ ਦੱਸ ਰਹੇ ਨੇ। ਨਿੱਕੀ ਹੇਲੀ ਨੇ ਕਿਹਾ ਕਿ ਸਾਨੂੰ ਆਪਣੀ ਫੌਜ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਅਸੀਂ ਸਹੀ ਹਾਂ। ਚੀਨ ਅਮਰੀਕਾ ਖਿਲਾਫ ਜੰਗ ਦੀ ਤਿਆਰੀ ਕਰ ਰਿਹਾ ਹੈ। ਅਮਰੀਕਾ 'ਚ ਅਗਲੇ ਸਾਲ 2024 'ਚ ਰਾਸ਼ਟਰਪਤੀ ਚੋਣਾਂ ਹੋਣੀਆਂ ਨੇ। ਰਿਪਬਲਿਕਨ ਪਾਰਟੀ ਵੱਲੋਂ ਨਿੱਕੀ ਹੇਲੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹੈ। ਅਮਰੀਕਾ ਦੇ ਫੌਕਸ ਨਿਊਜ਼ ਤੇ ਐਤਵਾਰ ਨੂੰ ਇੱਕ ਇੰਟਰਵਿਊ ਦਿੰਦੇ ਹੋਏ ਉਹਨਾਂ ਨੇ ਚੀਨ ਦੀ ਜਲ ਸੈਨਾ ਦੀ ਸਮਰੱਥਾ ਅਤੇ ਫੌਜੀ ਤਕਨਾਲੋਜੀ ਦੇ ਵਿਕਾਸ ਨੂੰ ਅਮਰੀਕਾ ਲਈ ਗੰਭੀਰ ਖਤਰਾ ਦੱਸਿਆ ਹੈ। ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਨਿੱਕੀ ਹੇਲੀ ਨੇ ਕਿਹਾ, ਜੇਕਰ ਤੁਸੀਂ ਫੌਜੀ ਸਥਿਤੀ ਤੇ ਨਜ਼ਰ ਮਾਰੋ ਤਾਂ ਚੀਨ ਕੋਲ ਹੁਣ ਦੁਨੀਆ ਦਾ ਸਭ ਤੋਂ ਵੱਡਾ ਜਲ ਸੈਨਾ ਬੇੜਾ ਹੈ। ਹੇਲੀ ਨੇ ਚੇਤਾਵਨੀ ਦਿੱਤੀ ਕਿ ਚੀਨ ਸਾਡੇ ਨਾਲ ਦਹਾਕਿਆਂ ਤੋਂ ਜੰਗ ਦੀ ਤਿਆਰੀ ਕਰ ਰਿਹਾ ਹੈ ਤੇ ਜਿਸ ਤਰ੍ਹਾਂ ਨਾਲ ਸਾਨੂੰ ਚੀਨ ਨਾਲ ਨਜਿੱਠਣਾ ਚਾਹੀਦਾ ਹੈ ਉਸ ਬਾਰੇ ਕੱਲ੍ਹ ਨੂੰ ਨਹੀਂ ਸੋਚਣਾ ਚਾਹੀਦਾ। ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਰਿਪਬਲਿਕਨ ਪਾਰਟੀ ਦੀ ਮੈਂਬਰ ਹੇਲੀ ਨੇ ਚੀਨ ਦੀ ਜਲ ਸੈਨਾ ਦੀ ਸਮਰੱਥਾ ਬਾਰੇ ਕਿਹਾ ਕਿ ਉਹਨਾਂ ਕੋਲ 340 ਜਹਾਜ਼ ਹਨ ਤੇ ਸਾਡੇ ਕੋਲ 293 ਜਹਾਜ਼ ਨੇ। ਉਹਨਾਂ ਕੋਲ ਅਗਲੇ 2 ਸਾਲਾਂ 'ਚ 400 ਜਹਾਜ਼ ਹੋਣਗੇ ਤੇ ਸਾਡੇ ਕੋਲ 2 ਦਹਾਕਿਆਂ ਵਿੱਚ 350 ਨਹੀਂ ਹੋਣਗੇ। ਨਿੱਕੀ ਹੇਲੀ ਨੇ ਕਿਹਾ, ਸਾਨੂੰ ਕੁਝ ਕੰਮ ਕਰਨਾ ਪਵੇਗਾ ਤੇ ਸਾਨੂੰ ਆਪਣੀ ਫੌਜ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਅਸੀਂ ਸਹੀ ਹਾਂ। ਚੀਨ ਅਮਰੀਕਾ ਖਿਲਾਫ ਜੰਗ ਦੀ ਤਿਆਰੀ ਕਰ ਰਿਹਾ ਹੈ। ਪਿਛਲੇ ਹਫ਼ਤੇ ਆਪਣੀ ਚੀਨ ਨੀਤੀ ਦਾ ਖੁਲਾਸਾ ਕਰਨ ਲਈ ਇੱਕ ਭਾਸ਼ਣ ਦੌਰਾਨ ਹੇਲੀ ਨੇ ਏਸ਼ੀਆਈ ਦਿੱਗਜ ਨੂੰ ਦੁਸ਼ਮਣ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਵਾਸ਼ਿੰਗਟਨ DC ਸਥਿਤ ਚੀਨੀ ਦੂਤਾਵਾਸ ਦੇ ਬੁਲਾਰੇ ਨੇ ਉਹਨਾਂ ਦੇ ਬਿਆਨਾਂ ਤੇ
ਪ੍ਰਤੀਕਿਰਿਆ ਦਿੱਤੀ ਸੀ। ਹਰ ਸਾਲ ਵਾਂਗ ਇਸ ਵਾਰ ਵੀ 4 ਜੁਲਾਈ ਨੂੰ ਅਮਰੀਕਾ ਆਪਣਾ ਆਜ਼ਾਦੀ ਦਿਹਾੜਾ ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਅਮਰੀਕਾ ਦੇ ਲੋਕ ਵੱਖ-ਵੱਖ ਤਰੀਕਿਆਂ ਨਾਲ ਇਸ ਆਜ਼ਾਦੀ ਦਿਹਾੜੇ ਨੂੰ ਮਨਾਉਂਦੇ ਨੇ। 4 ਜੁਲਾਈ ਨੂੰ ਦੇਸ਼ ਭਰ ਦੇ ਕਈ ਕਸਬੇ ਅਤੇ ਸ਼ਹਿਰ ਪਰੇਡ ਦੀ ਮੇਜ਼ਬਾਨੀ ਕਰਦੇ ਨੇ। ਇਹਨਾਂ ਪਰੇਡਸ ਦੇ ਵਿੱਚ ਆਮ ਤੌਰ ਤੇ ਮਾਰਚਿੰਗ ਬੈਂਡ, ਝਾਕੀਆਂ, ਦੇਸ਼ ਭਗਤੀ ਦਾ ਪ੍ਰਦਰਸ਼ਨ ਤੇ ਲਾਲ, ਸਫੇਦ ਤੇ ਨੀਲੇ ਰੰਗ ਦੇ ਕੱਪੜੇ ਪਾ ਕੇ ਲੋਕ ਸ਼ਾਮਲ ਹੁੰਦੇ ਨੇ। ਹਰ ਸਾਲ 4 ਜੁਲਾਈ ਨੂੰ ਅਮਰੀਕਾ ਦਾ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਹੈ। ਇਸ ਦਿਨ ਨੂੰ 4 ਜੁਲਾਈ ਦੇ ਰੂਪ ਦੇ ਵਿੱਚ ਵੀ ਜਾਣਿਆ ਜਾਂਦਾ ਹੈ। ਦਰਅਸਲ 4 ਜੁਲਾਈ 1776 ਨੂੰ ਸੰਯੁਕਤ ਰਾਜ ਅਮਰੀਕਾ ਨੂੰ ਗ੍ਰੇਟ ਬ੍ਰਿਟੇਨ ਤੋਂ ਆਜ਼ਾਦੀ ਮਿਲੀ ਸੀ। ਹਰ ਸਾਲ ਇਸੇ ਦਿਨ ਨੂੰ ਆਜ਼ਾਦੀ ਦਿਹਾੜੇ ਦੇ ਰੂਪ 'ਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਖਾਸ ਮੌਕੇ ਪੂਰੇ ਅਮਰੀਕਾ 'ਚ ਛੁੱਟੀ ਵੀ ਹੁੰਦੀ ਹੈ। ਇਸ ਵਾਰ ਆਜ਼ਾਦੀ ਦਿਵਸ ਮੰਗਲਵਾਰ ਨੂੰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅਮਰੀਕਾ ਦੇ ਲੋਕ ਵੱਖ-ਵੱਖ ਤਰੀਕਿਆਂ ਨਾਲ ਆਪਣੇ ਜਸ਼ਨ ਮਨਾਉਂਦੇ ਨੇ। ਇਹਨਾਂ ਤਰੀਕਿਆਂ ਦੀ ਗੱਲ ਕਰੀਏ ਤਾਂ 4 ਜੁਲਾਈ ਨੂੰ ਦੇਸ਼ ਭਰ ਦੇ ਕਈ ਕਸਬੇ ਅਤੇ ਸ਼ਹਿਰ ਪਰੇਡ ਦੀ ਮੇਜ਼ਬਾਨੀ ਕਰਦੇ ਨੇ। ਇਹਨਾਂ ਪਰੇਡਸ ਦੇ ਵਿੱਚ ਆਮ ਤੌਰ ਤੇ ਮਾਰਚਿੰਗ ਬੈਂਡ, ਝਾਕੀਆਂ, ਦੇਸ਼ ਭਗਤੀ ਦਾ ਪ੍ਰਦਰਸ਼ਨ ਅਤੇ ਲਾਲ, ਸਫੈਦ ਤੇ ਨੀਲੇ ਰੰਗ ਦੇ ਕੱਪੜੇ ਪਾ ਕੇ ਲੋਕ ਸ਼ਾਮਲ ਹੁੰਦੇ ਨੇ। ਇਸ ਮੌਕੇ ਤੇ ਦੇਸ਼ ਭਰ 'ਚ ਕਈ ਲੋਕ ਆਪਣੇ ਘਰਾਂ ਅਤੇ ਵਿਹੜਿਆਂ ਨੂੰ ਦੇਸ਼ ਭਗਤੀ ਥੀਮ ਦੇ ਮੁਤਾਬਕ ਸਜਾਉਂਦੇ ਨੇ। ਇਸ ਦੇ ਲਈ ਲੋਕ ਬੈਨਰ, ਗੁਬਾਰੇ, ਸਟ੍ਰੀਮਰ ਅਤੇ ਫੁੱਲ ਮਾਲਾਵਾਂ ਨਾਲ ਘਰਾਂ ਨੂੰ ਸਜਾਉਂਦੇ ਨੇ। ਇਸ ਦੇ ਲਈ ਲਾਲ, ਸਫੇਦ ਤੇ ਨੀਲੇ ਰੰਗ ਦਾ ਪ੍ਰਮੁੱਖਤਾ ਨਾਲ ਇਸਤੇਮਾਲ ਕੀਤਾ ਜਾਂਦਾ ਹੈ। ਅਮਰੀਕੀ ਆਜ਼ਾਦੀ ਦਿਵਸ ਦੌਰਾਨ ਰਾਸ਼ਟਰੀ ਝੰਡੇ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ, ਜਿਸ ਨੂੰ ਸਟਾਰਸ ਐਂਡ ਸਟ੍ਰਾਈਪਸ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਹੈ। ਘਰਾਂ, ਦੁਕਾਨਾਂ, ਦਫ਼ਤਰਾਂ, ਇਮਾਰਤਾਂ ਤੇ ਜਨਤਕ ਥਾਵਾਂ ਤੇ ਝੰਡੇ ਲਗਾਏ ਜਾਂਦੇ ਨੇ। ਕੁਝ ਲੋਕ ਝੰਡੇ ਦੇ ਡਿਜ਼ਾਈਨ ਵਾਲੇ ਕੱਪੜੇ ਵੀ ਪਾਉਂਦੇ ਨੇ। ਇਸ ਦੌਰਾਨ ਗਰਮੀਆਂ ਦੇ ਮੌਸਮ ਦੀਆਂ ਛੁੱਟੀਆਂ ਹੁੰਦੀਆਂ ਨੇ, ਇਸ ਲਈ ਲੋਕ ਅਕਸਰ ਆਊਟਡੋਰ ਸਰਗਰਮੀਆਂ ਕਰਦੇ ਨੇ। ਇਸ ਤਹਿਤ ਲੋਕ ਤੈਰਾਕੀ, ਲੰਬੀਆਂ ਪੈਦਲ ਯਾਤਰਾਵਾਂ, ਖੇਡਾਂ ਜਾਂ ਆਊਟਡੋਰ ਮਿਊਜ਼ਿਕ ਪ੍ਰੋਗਰਾਮ ਤੇ ਤਿਉਹਾਰਾਂ 'ਚ ਹਿੱਸਾ ਲੈਂਦੇ ਨੇ। ਆਤਿਸ਼ਬਾਜ਼ੀ ਦਾ ਪ੍ਰਦਰਸ਼ਨ ਆਜ਼ਾਦੀ ਦਿਵਸ ਸਮਾਗਮਾਂ ਦਾ ਇੱਕ ਪ੍ਰਮੁੱਖ ਹਿੱਸਾ ਹੈ। ਇਸ ਦੇ ਲਈ ਆਤਿਸ਼ਬਾਜ਼ੀ ਸ਼ੋਅ ਕੀਤੇ ਜਾਂਦੇ ਨੇ, ਜਿਸ ਵਿੱਚ ਅਕਸਰ ਸੰਗੀਤ ਦਾ ਇਸਤੇਮਾਲ ਹੁੰਦਾ ਹੈ। ਇਹਨਾਂ ਪ੍ਰੋਗਰਾਮਾਂ 'ਚ ਵੱਡੀ ਗਿਣਤੀ 'ਚ ਲੋਕ ਹਿੱਸਾ ਲੈਂਦੇ ਨੇ। ਇਸ ਮੌਕੇ ਲੋਕ ਖੁਦ ਵੀ ਆਤਿਸ਼ਬਾਜ਼ੀ ਖਰੀਦਦੇ ਨੇ ਤੇ ਸਥਾਨਕ ਨਿਯਮਾਂ ਅਤੇ ਸੁਰੱਖਿਆ ਮਾਪਦੰਡਾਂ ਦਾ ਪਾਲਣ ਕਰਦੇ ਹੋਏ ਆਤਿਸ਼ਬਾਜ਼ੀ ਕਰਦੇ ਨੇ। ਅਮਰੀਕਾ ਦੇ ਬਾਲਟੀਮੋਰ 'ਚ ਇੱਕ ਬਲਾਕ ਪਾਰਟੀ 'ਚ ਇੱਕ ਸਮੂਹਿਕ ਗੋਲੀਬਾਰੀ ਦੀ ਘਟਨਾ ਵਿੱਚ 2 ਲੋਕਾਂ ਦੀ ਮੌਤ ਹੋ ਗਈ ਤੇ 28 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਦੇ ਹਵਾਲੇ ਨਾਲ ਸਾਹਮਣੇ ਆਈ ਰਿਪੋਰਟ 'ਚ ਕਿਹਾ ਗਿਆ ਕਿ 9 ਲੋਕਾਂ ਨੂੰ ਇਲਾਜ ਲਈ ਇਲਾਕੇ ਦੇ ਹਸਪਤਾਲ 'ਚ ਲਿਜਾਇਆ ਗਿਆ ਤੇ ਜ਼ਖਮੀਆਂ 'ਚੋਂ 3 ਦੀ ਹਾਲਤ ਗੰਭੀਰ ਹੈ। ਅਮਰੀਕਾ ਦੇ ਬਾਲਟੀਮੋਰ 'ਚ ਹੋਏ ਸਮੂਹਿਕ ਗੋਲੀਬਾਰੀ 'ਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ 28 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ। ਇਹਨਾਂ 'ਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਗੋਲੀਬਾਰੀ ਐਤਵਾਰ ਨੂੰ ਗ੍ਰੇਟਨਾ ਐਵੇਨਿਊ ਦੇ 800 ਬਲਾਕ 'ਚ ਹੋਈ ਸੀ। ਪੁਲਿਸ ਮੁਤਾਬਕ ਮਰਨ ਵਾਲਿਆਂ 'ਚ 18 ਸਾਲ ਦੀ ਕੁੜੀ ਤੇ 20 ਸਾਲ ਦਾ ਨੌਜਵਾਨ ਸ਼ਾਮਲ ਨੇ। ਪੁਲਿਸ ਮੁਤਾਬਕ ਹੁਣ ਤੱਕ ਹਮਲਾਵਰ ਤੇ ਉਸ ਦੀ ਮਨਸ਼ਾ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਦਾ ਇਹ ਵੀ ਕਹਿਣਾ ਆ ਕਿ ਐਤਵਾਰ ਰਾਤ 12:35 ਤੇ ਗੋਲੀਬਾਰੀ ਦੀ ਘਟਨਾ ਸੰਬੰਧੀ ਸੂਚਨਾ ਮਿਲੀ ਸੀ। ਬਰੁਕਲਿਨ ਡੇ ਸੰਬੰਧੀ ਇੱਕ ਪ੍ਰੋਗਰਾਮ 'ਚ ਸੈਂਕੜੇ ਲੋਕ ਮੌਜੂਦ ਸਨ। ਇੱਕ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਉਸਨੇ 20 ਤੋਂ 30 ਦੇ ਕਰੀਬ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ। ਬਾਲਟੀਮੋਰ ਦੇ ਮੇਅਰ ਬ੍ਰੈਂਡੋਨ ਸਕਾਟ ਨੇ ਇਸ ਨੂੰ ਕਾਇਰਤਾ ਭਰੀ ਕਾਰਵਾਈ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ 'ਚ ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ। ਪਿਛਲੇ ਮਹੀਨੇ ਜੂਨ ਦੇ ਸ਼ੁਰੂ 'ਚ ਹੀ ਮਿਸੌਰੀ ਦੇ ਕਾਂਸਾਸ ਸ਼ਹਿਰ 'ਚ ਗੋਲੀਬਾਰੀ ਦੀ ਘਟਨਾ 'ਚ ਮਹਿਲਾ ਸਮੇਤ 3 ਲੋਕਾਂ ਦੀ ਮੌਤ ਹੋ ਗਈ ਸੀ। ਇਸ 'ਚ 5 ਲੋਕ ਜ਼ਖਮੀ ਹੋਏ ਸਨ। ਇਸ ਤੋਂ ਪਹਿਲਾਂ ਵੀ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ। ਇਸ ਨੂੰ ਰੋਕਣ ਲਈ ਸਰਕਾਰ ਵੱਲੋਂ ਹਥਿਆਰਾਂ ਤੇ ਸਖਤੀ ਵਰਤੇ ਜਾਣ ਦੀ ਗੱਲ ਕਹੀ ਜਾ ਚੁੱਕੀ ਹੈ, ਪਰ ਫਿਰ ਵੀ ਅਜਿਹੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਆਰਸੀਐਮਪੀ 'ਚ ਪਹਿਲੇ ਦਸਤਾਰਧਾਰੀ ਸਿੱਖ ਅਫਸਰ ਬਲਤੇਜ ਸਿੰਘ ਢਿੱਲੋਂ ਨੂੰ ਵਰਕ ਸੇਫ BC ਦੇ ਬੋਰਡ ਆਫ ਡਾਇਰੈਕਟਰਸ ਦਾ ਚੇਅਰ ਨਿਯੁਕਤ। ਉੱਚ ਅਹੁਦਾ ਸੰਭਾਲਣ ਵਾਲੇ ਢਿੱਲੋਂ ਪਹਿਲੇ ਦੱਖਣੀ ਏਸ਼ੀਆਈ ਬਣੇ। ਕੈਨੇਡਾ ਰੈਵਨਿਊ ਏਜੰਸੀ ਵੱਲੋਂ ਗਰੋਸਰੀ ਰਿਬੇਟ ਜਾਰੀ ਕਰਨ ਦਾ ਐਲਾਨ।
5 ਜੁਲਾਈ ਤੋਂ ਭੁਗਤਾਨ ਹੋਵੇਗਾ ਸ਼ੁਰੂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿੱਤੀ ਇਸ ਸੰਬੰਧੀ ਜਾਣਕਾਰੀ। ਐਨਡੀਪੀ ਨੇ ਘੇਰੀ ਟਰੂਡੋ ਸਰਕਾਰ, ਕਿਹਾ CEO ਨੂੰ ਮੋਟੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ, ਜਦਕਿ ਆਮ ਲੋਕਾਂ ਨੂੰ ਉਹਨਾਂ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ। ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਮਗਰੋਂ ਸਿੱਖ ਭਾਈਚਾਰੇ 'ਚ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਨੂੰ ਦੂਰ ਕਰਨ ਲਈ ਫੈਡਰਲ ਪਬਲਿਕ ਸੇਫਟੀ ਮੰਤਰੀ ਨਾਲ 4 ਜੁਲਾਈ ਨੂੰ ਵਰਚੁਅਲ ਮੀਟਿੰਗ ਦਾ ਪ੍ਰਬੰਧ।